ਇਹ ਮਤਲਬ ਤੁਸੀਂ ਲਗਾ ਲਓ ਵੀ ਪੁਸ਼ਤੈਨੀ ਕੰਮ ਬਣਿਆ ਹੋਇਆ ਸਿਆਸਤ ਦੇ ਵਿੱਚ ਆਉਣਾ। ਇਹ ਰੁਝਾਨ ਕਈ ਮੁਲਕਾਂ 'ਚ। ਵਿਜੇ, ਜਿਹੜੇ ਪਿਤਾ ਪੁਰਖੀ ਸਿਆਸਤ ਜਿਹਨੂੰ ਕਹਿੰਦੇ ਆਪਾਂ, ਜਾਂ ਵੰਸ਼ਵਾਦ, ਜਾਂ ਕੁਛ ਵੀ ਕਹਿ ਲਓ, ਉਹਨੂੰ ਇੰਗਲਿਸ਼ ਦੇ ਵਿੱਚ ਡਾਇਨੈਸਟਿਕ ਪੋਲੀਟਿਕਸ ਕਹਿੰਦੇ ਆ। ਇਹ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਹੈ। ਫਿਲਪਾਈਨ ਦੇ ਵਿੱਚ ਸਭ ਤੋਂ ਜ਼ਿਆਦਾ ਹੈ ਕਿ ਜਿੱਥੇ ਈਵਨ ਤੁਹਾਡੀ ਪੰਚਾਇਤ ਮੈਂਬਰ ਤੱਕ ਵੀ ਕਹਿ ਲਈਏ ਤਾਂ ਉੱਥੇ ਇਹ ਕੰਮ ਚੱਲਦਾ ਹੈਗਾ। ਅੱਛਾ ਜੀ। ਇੰਡੀਆ ਦੇ ਵਿੱਚ ਵੀ ਹੈ, ਡਿਵੈਲਪਡ ਕੰਟਰੀਜ਼ ਦੇ ਵਿੱਚ ਵੀ ਹੈ। ਜਾਰਜ ਬੁਸ਼ ਆਏ ਸੀਗੇ, ਫਿਰ ਉਹਨਾਂ ਦੇ ਅੱਗੇ ਗਾਂ ਬੇਟੇ ਆ ਗਏ ਜੀ। ਹਿਲੇਰੀ ਕਲਿੰਟਨ ਨੇ ਵੀ ਕੋਸ਼ਿਸ਼ ਕੀਤੀ, ਟਰੂਡੋ ਵੀ ਆਪਣੇ ਥੋੜ੍ਹੇ ਬਹੁਤੇ ਹੈ। ਪਰ ਇਹਨਾਂ ਦੇਸ਼ਾਂ ਦੇ ਵਿੱਚ ਕੀ ਹੈ ਵੀ ਇਹ ਇੱਕ ਪ੍ਰੋਸੈਸ ਦੇ ਥਰੂ ਆਉਂਦੇ ਆ, ਬੜੇ ਲੰਬੇ ਸਮੇਂ ਦੇ ਬਾਅਦ ਪੋਲੀਟੀਕਲ ਉਹਦੇ 'ਚ ਕੰਮ ਕਰਕੇ। ਅਤੇ ਜਿਹੜੇ ਕੰਟਰੀ ਅੰਡਰ ਡਿਵੈਲਪਡ ਨੇ ਉਹਨਾਂ ਦੇ ਵਿੱਚ ਕੀ ਹੈ ਵੀ ਜਦੋਂ ਪਿਤਾ ਜਾਂ ਉਹਨਾਂ ਦਾ ਕੋਈ ਦਾਦਾ ਜਾਂ ਕੋਈ ਇਸ ਤਰ੍ਹਾਂ ਦਾ ਉੱਪਰਲਾ ਸਿਆਸਤ ਦੇ ਵਿੱਚ ਹੁੰਦਾ ਤਾਂ ਉਹ ਨਾਲ ਹੀ ਸਿਆਸਤ ਦੇ ਵਿੱਚ ਇੰਟੈਗਰੇਟ ਕੀਤੇ ਜਾਂਦੇ ਨੇ। ਅੱਛਾ, ਜਿਹੜੀ ਇਹ ਸਾਰੀ ਗੱਲ ਹੈਗੀ, ਇੱਕ ਸਟੱਡੀ ਕੀਤੀ ਗਈ ਸੀ 2 ਸਕੋਲਰਸ ਵੱਲੋਂ। ਉਹਨਾਂ ਨੇ ਕਾਫੀ ਇਹਦੇ ਕਈ ਪਹਿਲੂ ਜਿਹੜੇ ਆਪਾਂ ਅੱਜ ਡਿਸਕਸ ਕਰਾਂਗੇ, ਉਹਨਾਂ ਨੇ ਉਭਾਰੇ ਕੁਝ ਹੋਰ ਪਹਿਲੂ ਵੀ ਨੇ ਜਿਨ੍ਹਾਂ ਬਾਰੇ ਆਪਾਂ ਵਿਚਾਰ ਕਰਾਂਗੇ। ਸੋ ਇਹ ਜਿਹੜੀ ਸਟੱਡੀ ਆ, ਇਹਦੇ ਵਿੱਚੋਂ ਪੁਆਇੰਟਸ ਬੜੇ ਪਰਟੀਨੈਂਟ, ਬੜੇ ਰੈਲੀਵੈਂਟ ਗੱਲਾਂ ਸਾਹਮਣੇ ਆਈਆਂ, ਪਰ ਇਹਦੇ ਬਾਰੇ ਇੰਨੀ ਜ਼ਿਆਦਾ ਕੋਈ ਗੱਲ ਹੋਈ ਨਹੀਂ, ਸਪੈਸ਼ਲੀ ਇਨ ਡੈਮੋਕ੍ਰੇਸੀ ਜਿੱਥੇ ਇੰਡੀਆ ਦੇ ਵਿੱਚ ਇਹ ਵਰਤਾਰਾ ਵੀ ਬਹੁਤ ਵੇਖਣ ਨੂੰ ਮਿਲਦਾ ਡਾਇਨੈਸਟਿਕ ਪੋਲੀਟਿਕਸ ਵਾਲਾ, ਪਰ ਉੱਥੇ ਇਹਦੇ ਬਾਰੇ ਇੰਨੀ ਗੱਲ ਨਹੀਂ ਹੋਈ। ਵਿਜੇ, ਇਹ ਸਟੱਡੀ ਜਿਹੜੀ ਕੀਤੀ ਗਈ ਹੈ, ਇੱਕ ਹਾਰਵਰਡ ਦੇ ਸੀਗੇ ਵਿਦਵਾਨ, ਉਹਨਾਂ ਦਾ ਨਾਂ ਹੈ ਸਿਧਾਰਥ। ਅੱਛਾ ਜੀ। ਇੱਕ ਜਰਮਨੀ ਦੇ ਯੂਨੀਵਰਸਿਟੀ ਦੇ ਵਿੱਚ ਡੋਮਿਨਿਕ ਉਹਨਾਂ ਦਾ ਨਾਂ ਹੈ ਜੀ। ਇਹਨਾਂ ਦੋਨਾਂ ਜਿਹੜਿਆਂ ਨੇ ਕੀਤੀ ਸੀ ਵੀ ਇੰਡੀਆ ਦੇ ਵਿੱਚ ਜਿਹੜੀ ਪਿਤਾ ਪੁਰਖੀ ਸਿਆਸਤ ਹੈ, ਉਹਦੇ ਆਰਥਿਕ ਜਿਹੜਾ ਵਿਕਾਸ ਹੈ ਉਹਦੇ 'ਤੇ ਕੀ ਅਸਰ ਪਏ ਹੈ। ਇਹ ਬੜੀ ਵਧੀਆ ਇਹਨਾਂ ਨੇ ਇੱਕ ਦੀ ਮੈਥਡੋਲੋਜੀ ਯੂਜ਼ ਕੀਤੀ ਹੈ ਵੀ ਕਿਵੇਂ ਇਹ ਹੋਇਆ। ਉਹਨਾਂ ਨੇ 1972 ਤੋਂ ਲੈ ਕੇ 2012 ਤੱਕ ਜਿਹੜੇ MP ਬਣੇ ਹੈ, ਉਹ ਦੇਖੇ ਵੀ ਕਿੱਥੇ ਪਿਤਾ ਪੁਰਖੀ MP ਹੈ, ਕਿੱਥੇ MP ਹੈ ਜਿਹੜੇ ਬਾਹਰੋਂ ਆਏ ਨੇ। ਅੱਛਾ ਜੀ। ਓਵਰ ਦਾ ਈਅਰਸ ਉਹਨਾਂ ਨੇ 30-40 ਸਾਲਾਂ ਦਾ ਦੇਖਿਆ ਇਹ ਜੀ। ਤੇ ਫਿਰ ਉਹਨਾਂ ਨੇ ਦੇਖਿਆ ਵੀ ਉੱਥੇ ਵਿਕਾਸ ਕਿਵੇਂ ਹੋਇਆ। ਵਿਕਾਸ ਉਹਨਾਂ ਨੇ ਦੇਖਿਆ, ਸਕੂਲਿੰਗ ਕਿਵੇਂ ਹੈ, ਹੈਲਥ ਕਿਵੇਂ ਹੈ, ਲੋਕਾਂ ਦੀ ਪਰ ਕੈਪੀਟਾ ਇਨਕਮ ਕਿਸ ਤਰ੍ਹਾਂ ਹੈ। ਉਹ ਸਾਰੇ ਵਿਕਾਸ ਦੇ ਵਿੱਚ ਉਹਨਾਂ ਨੇ ਇਹ ਕੱਢਿਆ ਵੀ ਜਿਹੜੇ ਫਾਦਰ ਤਾਂ ਚੰਗੇ ਸੀ। ਅੱਛਾ ਜੀ। ਜਿਹੜੇ ਉਹਨਾਂ ਦੇ ਪਿਤਾ ਪੁਰਖੇ ਜਿੱਥੇ ਵੀ ਸਿਆਸਤ ਦੇ ਵਿੱਚ ਮੁੰਡਾ ਜਾਂ ਲੜਕੀ ਉਹਨਾਂ ਦੀ ਆਈ ਹੈ, ਹਾਂਜੀ, ਉੱਥੇ ਵਿਕਾਸ ਘੱਟ ਹੋਇਆ ਹੈ। ਅੱਛਾ ਜੀ। ਪਰ ਕਿਉਂਕਿ ਉਹਨਾਂ ਦੇ ਪਿਓ ਸਿਆਸਤ ਦੇ ਵਿੱਚ ਸੀ, ਉਹਨਾਂ ਦੇ ਉੱਪਰਲੇ ਜਿਹੜੇ ਹੈਗੇ ਹਾਇਰਾਰਕੀ ਦੇ ਵਿੱਚ ਸਿਆਸਤ ਦੇ ਸੀ, ਉਹ ਪਰਸਿਸਟ ਕਰ ਰਹੇ ਆ ਪੋਲੀਟੀਕਲ ਪਾਵਰ ਦੇ ਵਿੱਚ। ਪੋਲੀਟੀਕਲ ਪਾਵਰ ਨਹੀਂ ਛੱਡ ਰਹੇ, ਹਾਲਾਂਕਿ ਵਿਕਾਸ ਨਹੀਂ ਹੋ ਰਿਹਾ ਉੱਥੇ, ਵਿਕਾਸ ਘੱਟ ਹੋ ਰਿਹਾ। ਦੂਜੇ ਥਾਵਾਂ 'ਤੇ ਜਿੱਥੇ ਸਿਲੈਕਸ਼ਨ ਪ੍ਰੋਸੈਸ ਦੇ ਵਿੱਚ ਦੀ ਆਏ ਆ ਲੋਕ, ਉੱਥੇ ਵਿਕਾਸ ਵੱਧ ਹੋਇਆ। ਅੱਛਾ, ਇਹਦੇ ਵਿੱਚ ਇੱਕ ਫਿਰ ਇਹ ਵੀ ਗੱਲ ਆਈ ਕਿ ਜਦੋਂ ਵਿਦਿਨ ਦਾ ਪਾਰਟੀ, ਕਿਉਂਕਿ ਡਾਇਨੈਸਟਿਕ ਪੋਲੀਟਿਕਸ ਦੇ ਚੱਲਦੇ, ਫਿਰ ਉਹ ਕੰਪੀਟੀਸ਼ਨ ਪਹਿਲਾਂ ਖ਼ਤਮ ਕੀਤਾ ਜਾਂਦਾ ਵੀ ਜਿਹੜੇ ਹੁਣ ਜੇ ਪਿਤਾ ਨੂੰ ਇਹ ਹੈਗਾ ਕਿ ਮੇਰਾ ਬੇਟਾ ਹੀ ਅੱਗੇ ਆ ਕੇ ਵਾਗਡੋਰ ਸੰਭਾਲੇ, ਤਾਂ ਜਿਹੜੇ ਹੋਰ ਲੀਡਰ ਪਣਪ ਸਕਦੇ ਨੇ ਆਲੇ ਦੁਆਲੇ, ਪਹਿਲਾਂ ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਠਿੱਬੀ ਲਾਈ ਜਾਂਦੀ ਹੈ। ਦੇਖੋ, ਇਹਦੇ ਵਿੱਚ 3-4 ਪ੍ਰਭਾਵ ਨੇ। ਪਹਿਲਾ ਪ੍ਰਭਾਵ ਤਾਂ ਇਹ ਹੈ ਵੀ ਇੱਕ ਤਾਂ ਡੈਮੋਕ੍ਰੇਸੀ ਅੰਡਰਮਾਈਨ ਹੁੰਦੀ ਹੈ ਇਹਦੇ ਨਾਲ ਜੀ। ਬਿਲਕੁਲ ਜਿਹੜਾ ਡੈਮੋਕ੍ਰੈਟਿਕ ਪ੍ਰੋਸੈਸ ਹੈ ਜਿਹਦੇ ਵਿੱਚ ਅੰਡਰਮਾਈਨ ਹੁੰਦੇ ਹੈ। ਦੂਸਰਾ ਕੀ ਹੈ ਵੀ ਜਿਹੜੀ ਕੁਆਲਿਟੀ ਆਫ ਪਬਲਿਕ ਸਰਵਿਸ ਹੈ, ਇਹ ਬਹੁਤ ਡਿਟੀਰੀਓਰੇਟ ਹੋ ਜਾਂਦੀ ਹੈ, ਕਿਉਂਕਿ ਪਬਲਿਕ ਸਰਵਿਸ ਦੀ ਜਿਹੜੀ ਕੁਆਲਿਟੀ ਹੈ ਉਹ ਮੇਨਟੇਨ ਨਹੀਂ ਕੀਤੀ ਜਾਂਦੀ। ਸਾਰੀ ਐਫਰਟ ਇਸ ਗੱਲ 'ਤੇ ਹੁੰਦੀ ਹੈ ਵੀ ਕਿਵੇਂ ਆਪਣੇ ਆਉਣ ਵਾਲੇ ਜਿਹੜੇ ਹੈਗੇ ਦੂਜੇ ਵੰਸ਼ ਦੇ ਵਿੱਚ ਉਹਨਾਂ ਨੂੰ ਸਿਆਸਤ ਦੇ ਵਿੱਚ ਐਸਟੈਬਲਿਸ਼ ਕੀਤਾ ਜਾਵੇ। ਉਹਦੇ ਨਾਲ ਪਬਲਿਕ ਪਾਲਿਸੀ ਦੀ ਕੁਆਲਿਟੀ ਇੰਨੀ ਘੱਟ ਜਾਂਦੀ ਹੈ। ਅਤੇ ਜਿਹੜੀ ਇਨਵੈਸਟਮੈਂਟ ਹੈ, ਜਿਹੜੀ ਡਿਵੈਲਪਮੈਂਟ ਲਈ ਹੋਣੀ ਹੈ, ਉਹ ਬਿਲਕੁਲ ਸਕਿਊ ਹੋ ਜਾਂਦੀ ਹੈ ਵੀ ਇਹ ਇਨਵੈਸਟਮੈਂਟ ਇਸ ਤਰ੍ਹਾਂ ਕੀਤੀ ਜਾਂਦੀ ਹੈ ਆਪਣੇ ਆਪ ਨੂੰ ਸਟੈਬਲਿਸ਼ ਕਰਨ ਲਈ ਵੀ ਇਸ ਪਿੰਡ ਦੇ ਵਿੱਚ ਆਹ ਦੇ ਦਿਓ, ਇੱਥੇ ਆਹ ਕਰ ਦਿਓ, ਇੱਥੇ ਆਹ ਕਰ ਦਿਓ, ਜਿੱਥੋਂ ਸਾਨੂੰ ਵੱਧ ਵੋਟਾਂ ਪੈ ਸਕਦੀਆਂ, ਅਸੀਂ ਵੋਟਾਂ ਨੂੰ ਕਾਰਨਰ ਕਰੀਏ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਲਈ ਤਾਂ ਵੋਟ ਹੈ ਹੀ, ਸਾਡੇ ਆਉਣ ਵਾਲੇ ਜਿਹੜੇ ਬੱਚੇ ਆ ਉਹਨਾਂ ਲਈ ਵੀ ਹੈ। ਵਿਜੇ, ਇਹਦੇ 'ਚ ਇੱਕ ਬੜੀ ਇੰਟਰਸਟਿੰਗ ਚੀਜ਼ ਉਹਨਾਂ ਨੇ ਲੱਭੀ ਵੀ ਜੇ ਆਪਾਂ ਕਹਿ ਦਿੰਦੇ ਪੂਲ ਆਫ ਕੈਂਡੀਡੇਟਸ ਹੈ ਜਿਹੜਾ ਪੋਲੀਟਿਕਸ 'ਤੇ ਆਉਣ ਲਈ, ਜਦੋਂ ਡਾਇਨੈਸਟਿਕ ਪੋਲੀਟਿਕਸ ਹੈ, ਪਿਤਾ ਪੁਰਖੀ ਹੈ, ਤਾਂ ਬਹੁਤ ਥੋੜ੍ਹਾ ਰਹਿ ਜਾਂਦਾ ਹੈ। ਜਿਵੇਂ ਪੋਲੀਟੀਸ਼ੀਅਨ ਦੇ ਬੱਚੇ ਹੈ, ਉਹਦੇ 'ਚ ਇਹ ਵੀ ਆਇਆ ਵੀ ਜੇ ਇੱਕ ਬੱਚਾ ਹੈ ਤਾਂ ਉੱਥੇ ਉਹਦੀ ਕੁਆਲਿਟੀ ਆਫ ਗਵਰਨੈਂਸ ਬਹੁਤ ਪੂਅਰ ਹੈ। ਜੇ ਤਿੰਨਾਂ 'ਚੋਂ ਸਿਲੈਕਟ ਕਰਕੇ ਇੱਕ ਨੂੰ ਲਿਆਂਦਾ ਗਿਆ ਤਾਂ ਉਹ ਚੰਗੀ ਹੈ, ਕਿਉਂਕਿ ਉਹ ਤਿੰਨਾਂ ਦਾ ਪੂਲ ਸੀ। ਰਾਈਟ, ਕੰਪੀਟੀਸ਼ਨ ਸੀ। ਬਾਹਰਲਾ ਕੰਪੀਟੀਸ਼ਨ ਭਾਵੇਂ ਖਤਮ ਵੀ ਹੋ ਗਿਆ, ਪਰ ਜੇ ਵਿਦਿਨ ਫੈਮਿਲੀ ਵੀ ਕੰਪੀਟੀਸ਼ਨ ਹੈ ਅਤੇ ਉੱਥੇ ਬੰਦੇ ਜ਼ਿਆਦਾ ਹੈ ਤਾਂ ਕੁਆਲਿਟੀ ਆਫ ਗਵਰਨੈਂਸ ਚੰਗੀ ਹੈ। ਅੱਛਾ, ਇਹਦੇ 'ਚੋਂ ਤੁਸੀਂ ਤਾਂ ਪੂਰੇ ਵਿਸਥਾਰ ਸਹਿਤ ਖੈਰ ਸਟੱਡੀ ਪੜ੍ਹੀ ਹੈ, ਮੈਂ ਇਹਦੇ ਕੁਝ ਟੱਚ ਪੁਆਇੰਟਸ ਪੜ੍ਹ ਰਿਹਾ ਸੀ। ਉਹਦੇ 'ਚ ਇੱਕ ਗੱਲ ਹੋਰ ਆਈ ਸੀ ਵੀ ਜਦੋਂ ਫੈਮਿਲੀ ਦੇ ਵਿੱਚ ਡਾਟਰ ਹੋਵੇ ਤਾਂ ਫਿਰ ਇਹ ਡਾਇਨੈਸਟਿਕ ਪੋਲੀਟਿਕਸ ਦਾ ਰੁਖ ਕਿੱਧਰ ਨੂੰ ਜਾਂਦਾ। ਉਹਨਾਂ ਨੇ ਦੇਖਿਆ ਵੀ ਜੇ ਡਾਟਰ ਹੈ ਜਾਂ ਕੁੜੀ ਹੈ ਤਾਂ ਜਿਹੜਾ ਪੋਲੀਟੀਸ਼ੀਅਨ ਆ ਉਹ ਜ਼ਿਆਦਾ ਐਫਰਟ ਨਹੀਂ ਕਰਦਾ, ਮੁੰਡੇ ਲਈ ਬਹੁਤ ਜ਼ਿਆਦਾ ਐਫਰਟ ਕਰਦਾ। ਪਰ ਉਹਦੇ ਵਿੱਚ ਕੀ ਹੋਇਆ ਵੀ ਜਿਹੜੇ ਸਨ ਇਨ ਲਾ ਵੀ ਉਹਨਾਂ ਨੇ ਪੋਲੀਟਿਕਸ ਦੇ ਵਿੱਚ ਲਿਆਂਦੇ। ਹਾਂਜੀ। ਅਤੇ ਜਿਹੜੀ ਇਹ ਸਟੱਡੀ ਨੇ 40 ਸਾਲਾਂ ਦੀ ਨੇ ਫਾਈਂਡ ਕੀਤਾ ਹੈ ਵੀ ਮੁੰਡਿਆਂ ਨਾਲੋਂ ਜਿਹੜੇ ਸਨ ਇਨ ਲਾ ਸੀਗੇ, ਕਿਉਂਕਿ ਉਹ ਬਾਹਰੋਂ ਆਏ ਸੀਗੇ, ਉਹਨਾਂ ਨੇ ਐਫਰਟ ਜ਼ਿਆਦਾ ਕੀਤੀ, ਉਹਨਾਂ ਦੀ ਪਰਫੋਰਮੈਂਸ ਥੋੜ੍ਹੀ ਜਿਹੀ ਚੰਗੀ ਰਹੀ ਹੈ।
ਬਾਕੀਆਂ ਨਾਲੋਂ। ਐਜ਼ ਕੰਪੇਅਰ ਟੂ ਦ ਸਨਸ। ਹਾਂ, ਸਭ ਤੋਂ ਜ਼ਿਆਦਾ ਜਿਹੜੀ ਵਰਸਟ ਪਰਫਾਰਮੈਂਸ ਰਹੀ ਆ ਉਹ ਇੱਕ ਲੜਕਾ ਸੀ ਉਹਦੀ ਰਹੀ ਹੈ, ਜਿਹਦੇ ਜ਼ਿਆਦਾ ਲੜਕੇ ਸੀ ਉਦੋਂ ਚੰਗੀ ਰਹੀ ਹੈ। ਸਨ ਇਨ ਲਾ ਦੀ ਉਦੋਂ ਥੋੜਾ ਜਿਹੀ ਜ਼ਿਆਦਾ ਚੰਗੀ ਰਹੀ ਹੈ। ਮਾੜੀ ਜ਼ਰੂਰ ਰਹੀ ਹੈ, ਪਰ ਵਿਦਨ ਮਾੜੀ ਜਿਹੜੀ ਚੰਗੀ ਹੈ ਉਹ ਇਸ ਤਰ੍ਹਾਂ ਹੋਇਆ। ਅੱਛਾ, ਫਿਰ ਇੱਕ ਗੱਲ ਇਹ ਵੀ ਹੈ ਡਾਕਟਰ ਸਾਹਿਬ ਵੀ ਜਦੋਂ ਇਸ ਤਰ੍ਹਾਂ ਦੇ ਅੰਡਰ ਪਰਫਾਰਮਿੰਗ ਅੱਗੇ ਜਿਹੜਾ ਨੈਕਸਟ ਜਨਰੇਸ਼ਨ ਦੇ ਵਿੱਚੋਂ ਪੋਲੀਟੀਕਲ ਫੈਮਿਲੀ 'ਚੋਂ ਆਉਂਦਾ, ਉਹ ਆਪਣੀ ਮਾੜੀ ਪਰਫਾਰਮੈਂਸ ਦੇ ਬਾਵਜੂਦ ਵੀ ਉਸ ਪੋਜੀਸ਼ਨ ਆਫ ਪਾਵਰ ਦੇ ਵਿੱਚ ਬਣੇ ਰਹਿੰਦੇ ਨੇ। ਨਹੀਂ, ਉਹ ਬਿਲਕੁਲ ਦੋ ਚੀਜ਼ਾਂ ਉਹਦੇ ਵਿੱਚ ਰਹਿੰਦੀਆਂ ਨੇ। ਇੱਕ ਤਾਂ ਉਹਨੂੰ ਕਹਿੰਦੇ ਨੇ ਕੈਪੀਟਲ ਐਡਵਾਂਟੇਜ। ਰਾਈਟ। ਦੇਖੋ, ਆਪਾਂ ਸਾਰੇ ਲੋਕ ਪਰਿਵਾਰਾਂ ਦੇ ਵਿੱਚ ਆਪਣੇ ਲਈ ਇਕੱਠਾ ਕਰਦੇ ਹਾਂ, ਘਰ ਬਣਾਉਂਦੇ ਹਾਂ, ਸਾਡੇ ਕੋਲ ਕੋਈ ਜ਼ਮੀਨ ਜਾਇਦਾਦ ਵੀ ਇਕੱਠੀ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਕੋਈ ਥੋੜ੍ਹਾ ਬਹੁਤਾ ਹੋਰ ਸੋਨਾ ਚਾਂਦੀ ਵੀ ਹੋਊਗਾ ਘਰਾਂ ਦੇ ਵਿੱਚ, ਕਿਸੇ ਦਾ ਜੇ ਬਿਜ਼ਨਸ ਹੈ, ਕਾਰੋਬਾਰ ਹੈ, ਤਾਂ ਉਹ ਇਨਹੈਰਿਟ ਹੋ ਜਾਂਦਾ ਲਾ ਦੇ ਅੰਡਰ। ਬਿਲਕੁਲ ਤੁਸੀਂ ਆਪਣੇ ਬੱਚਿਆਂ ਨੂੰ ਦੇ ਸਕਦੇ ਹੋ। ਪਰ ਪੋਲੀਟੀਕਲ ਕੈਪੀਟਲ ਬਹੁਤ ਵੱਡੀ ਹੈ, ਇਹਦੇ ਵਿੱਚ ਪਾਵਰ ਹੈ, ਪ੍ਰੈਸਟੀਜ ਹੈ, ਕਰਪਸ਼ਨ ਵੀ ਹੈ, ਪੈਸਾ ਵੀ ਹੈ। ਸੋ ਤੁਸੀਂ ਉਹ ਆਪਣੇ ਬੱਚਿਆਂ ਨੂੰ ਸਿੱਧੀ ਤਾਂ ਨਹੀਂ ਦੇ ਸਕਦੇ ਵੀ ਲਾ ਦੇ ਵਿੱਚ ਤੁਸੀਂ ਅਦਾਲਤ ਦੇ ਵਿੱਚ ਜਾਓ ਜਾਂ ਤਹਿਸੀਲਦਾਰ ਕੋਲ ਜਾਓ ਅਤੇ ਜਾ ਕੇ ਉੱਥੋਂ ਇਨਹੈਰਿਟ ਕਰਾ ਦਿਓ। ਇਹਦੇ ਲਈ ਤੁਹਾਨੂੰ ਐਫਰਟ ਕਰਨੀਆਂ ਪੈਂਦੀਆਂ। ਉਹ ਜਿਹੜਾ ਕੈਪੀਟਲ ਐਡਵਾਂਟੇਜ ਹੈ ਉਹਦੇ ਵਿੱਚ ਕੀ ਹੈ, ਉਹਨਾਂ ਕੋਲ ਇੱਕ ਬਣਿਆ ਬਣਾਇਆ ਪੂਲ ਸਪੋਰਟਰ ਦਾ ਮਿਲ ਜਾਂਦਾ ਹੈ, ਫੰਡ ਕਰਨ ਵਾਲੇ ਦਾ ਮਿਲ ਜਾਂਦਾ ਬਣਿਆ ਬਣਾਇਆ ਪੂਲ, ਫਾਦਰ ਦਾ ਇੱਕ ਬ੍ਰਾਂਡ ਨੇਮ ਵੀ ਹੈ। ਹਾਂਜੀ, ਲੋਕ ਨਵੇਂ ਨੂੰ ਟੈਸਟ ਨਹੀਂ ਕਰਨਾ ਚਾਹੁੰਦੇ, ਇੱਕ ਬ੍ਰਾਂਡ ਨੇਮ ਬਣਿਆ ਹੋਇਆ ਹੈਗਾ, ਅਤੇ ਉਹਨਾਂ ਕੋਲ ਪਾਵਰ ਵੀ ਹੈ। ਅਤੇ ਉਹ ਕੀ ਕਰਦੇ ਨੇ, ਜਿਹੜੀ ਸਾਰੀ ਜਿਹੜਾ ਪੈਸਾ ਹੈ ਸਰਕਾਰ ਦਾ ਖਰਚਣਾ, ਜਿਹੜਾ ਪਬਲਿਕ ਪੋਲਿਸੀ ਦੇ ਉੱਤੇ ਡਿਵੈਲਪਮੈਂਟ ਲਈ ਖਰਚ ਹੋਣਾ ਹੁੰਦਾ ਹੈ, ਉਹ ਸਿਰਫ ਉਹਨਾਂ ਚੀਜ਼ਾਂ 'ਤੇ ਖਰਚ ਹੋ ਜਾਂਦਾ ਵੀ ਕਿਵੇਂ ਸਾਡੀ ਜਿਹੜੀ ਫੈਮਿਲੀ ਹੈ ਇਸ ਨੂੰ ਸਸਟੇਨ ਕੀਤਾ ਜਾਵੇ। ਜੀ, ਜਿਹੜੀ ਪੋਲੀਟੀਕਲ ਗੁੱਡਵਿਲ ਆ, ਜਿਹੜੀ ਫਾਦਰ ਦੀ ਜਾਂ ਪ੍ਰੀਵੀਅਸ ਜਨਰੇਸ਼ਨ ਦੀ ਆ, ਉਹਦਾ ਫਿਰ ਬੈਨੀਫਿਟ ਬਹੁਤ, ਉਹਨੂੰ ਕੈਪੀਟਲ ਐਡਵਾਂਟੇਜ ਕਹਿੰਦੇ ਨੇ। ਜੀ, ਪੋਲੀਟੀਕਲ ਗੁੱਡਵਿਲ ਕਹਿ ਲਓ ਚਾਹੇ, ਕੈਪੀਟਲ ਐਡਵਾਂਟੇਜ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਹੈ। ਅਤੇ ਜਿਹੜਾ ਟੈਕਨੀਕਲ ਵਰਡ ਹੈ ਇਹਦੇ ਲਈ, ਕਿਉਂਕਿ ਇਹਦੇ ਵਿੱਚ ਇਕੱਲੀ ਗੁੱਡਵਿਲ ਨਹੀਂ ਵੀ ਤੁਸੀਂ ਚੰਗੇ ਹੋ ਜਾਂ ਬੋਲਦੇ ਹੋ, ਉਹਦੇ ਨਾਲ ਤੁਹਾਡਾ ਸਪੋਰਟ ਬੇਸ ਵੀ ਹੈ। ਰਾਈਟ। ਉਹਦੇ ਕੋਲ ਤੁਹਾਡੇ ਕੋਲ ਪੈਸਾ ਇਕੱਠਾ ਹੋਇਆ ਵੀ ਹੈ, ਤੁਹਾਡੇ ਕੋਲ ਨੈਟਵਰਕਿੰਗ ਵੀ ਹੈ, ਉਹ ਸਾਰੀ ਪੋਲੀਟੀਕਲ ਕੈਪੀਟਲ ਹੈ। ਉਹ ਜਿਹੜਾ ਸਾਰਾ ਤੰਤਰ ਹੈ ਉਹ ਨਾਲ ਦੀ ਨਾਲ ਮਿਲ ਜਾਂਦਾ ਅੱਗੇ। ਮਿਲ ਜਾਂਦਾ, ਹਾਂਜੀ। ਅੱਛਾ, ਹੁਣ ਦੇਖੋ ਇਹਦੀ ਐਗਜ਼ਾਮਪਲ ਸਿੱਧੀ ਇੰਡੀਆ ਦੇ ਵਿੱਚ ਤਾਂ ਸਾਨੂੰ ਦੇਖਣ ਨੂੰ ਮਿਲਦੀ ਹੈ। ਜਿਵੇਂ ਤੁਸੀਂ ਪਹਿਲਾਂ ਜ਼ਿਕਰ ਕੀਤਾ ਵੀ ਫਿਲੀਪੀਨਸ ਦੇ ਵਿੱਚ ਸਭ ਤੋਂ ਜ਼ਿਆਦਾ ਇਸ ਤਰ੍ਹਾਂ ਦਾ ਵਰਤਾਰਾ ਹੈ। ਈਵਨ USA ਦੇ ਵਿੱਚ ਵੀ ਇਹ ਜਿਹੜੇ ਜੌਨ ਐਡਮਜ਼ ਪ੍ਰੈਜ਼ੀਡੈਂਟ ਬਣੇ ਸੀ 1801 ਦੇ ਵਿੱਚ, ਉਹਨਾਂ ਤੋਂ ਬਾਅਦ ਜਿਹੜਾ ਫਿਰ ਅੱਗੇ 6ਵਾਂ ਪ੍ਰੈਜ਼ੀਡੈਂਟ ਬਣਿਆ USA ਦਾ, ਜੌਨ ਕੁਇੰਸੀ ਐਡਮਜ਼, ਉਹ ਵੀ ਜੌਨ ਐਡਮਜ਼ ਦਾ ਬੇਟਾ ਸੀ। ਜਾਰਜ ਬੁਸ਼ ਅਤੇ ਜਾਰਜ W ਬੁਸ਼, ਇੰਸੀਡੈਂਟਲੀ ਅੱਛਾ ਦੋਹੇ ਜੌਨ ਐਡਮਜ਼ ਵੀ ਅਤੇ ਅੱਗੇ ਉਹਨਾਂ ਦਾ ਬੇਟਾ, ਅਤੇ ਜਾਰਜ ਬੁਸ਼ ਅਤੇ ਜਾਰਜ W ਬੁਸ਼, ਪਿਓ ਪੁੱਤ ਦੇ ਨਾਮ ਦੋਵਾਂ ਦੇ ਬੜੇ ਸੇਮ ਨੇ। ਕੈਨੇਡਾ ਦੇ ਵਿੱਚ ਜਸਟਿਨ ਟਰੂਡੋ ਅਤੇ ਪੀਅਰ ਟਰੂਡੋ ਇਹਨਾਂ ਦੇ ਪਿਤਾ ਪ੍ਰਧਾਨ ਮੰਤਰੀ ਸੀ। ਈਵਨ ਬ੍ਰਿਟਿਸ਼ ਕੋਲੰਬੀਆ ਦੇ ਵਿੱਚ WAC ਬੈਨੇਟ ਸਭ ਤੋਂ ਲੰਮਾ ਸਮਾਂ ਜਿਹੜੇ ਪ੍ਰੀਮੀਅਰ ਰਹੇ, 1952 ਤੋਂ ਲੈ ਕੇ 72 ਤੱਕ ਉਹ ਪ੍ਰੀਮੀਅਰ ਰਹੇ। ਫਿਰ ਉਸ ਤੋਂ ਬਾਅਦ ਉਹਨਾਂ ਦਾ ਬੇਟਾ ਬਿਲ ਬੈਨੇਟ 1976 ਤੋਂ ਬਾਅਦ 8-9 ਸਾਲ ਉਹ ਵੀ ਪ੍ਰੀਮੀਅਰਸ਼ਿਪ ਦੇ ਵਿੱਚ ਰਹੇ। ਸੋ ਇਸ ਤਰ੍ਹਾਂ ਦੀਆਂ ਮਿਸਾਲਾਂ ਇੱਥੇ ਵੀ ਰਾਈਟ ਹੀਅਰ ਜਿੱਥੇ ਅਸੀਂ ਰਹਿ ਰਹੇ ਹਾਂ ਇੱਥੇ ਵੀ ਦੇਖਣ ਨੂੰ ਮਿਲਦੀਆਂ ਨੇ ਜੀ। ਦੇਖੋ ਵਿਜੇ, ਇਹ ਸਾਰੀਆਂ ਡੈਮੋਕ੍ਰੇਸੀਜ਼ ਦੇ ਵਿੱਚ ਹੈ, ਪਰ ਜਿੱਥੇ ਕਿਤੇ ਵੀ ਇੰਟਰਨਲ ਪਾਰਟੀ ਡੈਮੋਕ੍ਰੇਸੀ ਹੈ ਉੱਥੇ ਕੀ ਹੈ, ਇਹ ਲੋਕ ਹੈ ਜਿਹੜੇ ਆਉਂਦੇ ਨੇ ਪ੍ਰੋਸੈਸ ਦੇ ਰਾਹੀਂ ਆਉਂਦੇ ਨੇ। ਦੇਖੋ ਜਸਟਿਨ ਟਰੂਡੋ ਕਿੰਨੀ ਦੇਰ ਬਾਅਦ ਆਏ ਨੇ ਜੀ, ਟਾਈਮ ਲੱਗਿਆ ਉਹਨਾਂ ਨੂੰ ਪਾਰਟੀ ਦੇ ਵਿੱਚ ਪ੍ਰੋਸੈਸ ਦੇ। ਉਹਨਾਂ ਕੋਲ ਵੀ ਕੈਪੀਟਲ ਐਡਵਾਂਟੇਜ ਹੈ, ਜਦੋਂ ਵੀ ਇਹਨਾਂ ਦਾ ਨਾਂ ਆਉਂਦਾ ਇਹਨਾਂ ਦੇ ਫਾਦਰ ਦਾ ਨਾਂ ਨਾਲ ਆਉਂਦਾ ਹੈਗਾ, ਐਡਵਾਂਟੇਜ ਹੈ ਉਹਨਾਂ ਕੋਲ। ਪਰ ਕੀ ਹੈ, ਜਿੱਥੇ ਇੰਟਰਨਲ ਪਾਰਟੀ ਡੈਮੋਕ੍ਰੇਸੀ ਸਟਰੋਂਗ ਹੁੰਦੀ ਹੈ ਉੱਥੇ ਚਾਂਸਿਸ ਬਹੁਤ ਘੱਟ ਜਾਂਦੇ ਨੇ ਜੀ। ਜਿੱਥੇ ਇੰਟਰਨਲ ਪਾਰਟੀ ਡੈਮੋਕ੍ਰੇਸੀ ਬਿਲਕੁਲ ਨਹੀਂ ਗੀ, ਇੱਕ ਬੰਦੇ ਦਾ ਕੰਟਰੋਲ ਹੋ ਜਾਂਦਾ ਹੈ, ਅਤੇ ਪਿਤਾ ਪੁਰਖੀ ਸਿਆਸਤ ਚਲਾਉਣ ਲਈ ਇਹ ਜ਼ਰੂਰੀ ਵੀ ਹੋ ਜਾਂਦਾ ਹੈ ਜੀ। ਸੋ ਜਿੱਥੇ ਇੰਸਟੀਟਿਊਸ਼ਨਸ ਸਟਰੋਂਗ ਨੇ, ਡੈਮੋਕ੍ਰੈਟਿਕ ਇੰਸਟੀਟਿਊਸ਼ਨਸ ਵਿਦਇਨ ਦਾ ਪਾਰਟੀ ਸਟਰੋਂਗ ਨੇ, ਉੱਥੇ ਇਹ ਵਰਤਾਰੇ ਨੂੰ ਠੱਲ ਪਾਈ ਜਾਂਦੀ ਹੈ। ਕੋਸ਼ਿਸ਼ ਹਰ ਜਗ੍ਹਾ ਹੈ, ਕੋਸ਼ਿਸ਼ ਹੁੰਦੀ ਹੈ। ਦੇਖੋ ਕਲਿੰਟਨ ਤੋਂ ਬਾਅਦ ਹਿਲੇਰੀ ਕਲਿੰਟਨ ਨੇ ਨਾਲ ਦੀ ਨਾਲ ਹੀ ਪ੍ਰੈਜ਼ੀਡੈਂਟ ਬਣਨ ਦੀ ਕੋਸ਼ਿਸ਼ ਕੀਤੀ 20 ਸਾਲ ਦੇ ਵਕਫੇ 20-22 ਸਾਲ। ਹਾਂ ਚਲੋ ਥੋੜ੍ਹੇ, ਪਰ ਉਹਦੇ ਕੀ ਹੈ, ਉਹਦੇ ਵਿੱਚ ਇੰਟਰਨਲ ਪਾਰਟੀ ਡੈਮੋਕ੍ਰੇਸੀ ਨੇ ਉਹਨੂੰ ਚੈੱਕ ਕਰ ਲਿਆ ਜੀ। ਇੰਡੀਆ ਵਗੈਰਾ ਕੰਟਰੀ ਹੈ ਜਾਂ ਫਿਲਪਾਈਨ ਹੈ ਜਿੱਥੇ, ਉੱਥੇ ਇੰਟਰਨਲ ਪਾਰਟੀ ਡੈਮੋਕ੍ਰੇਸੀ ਦਾ ਤਾਂ ਨਾਂ ਵੀ ਨਹੀਂ ਗਾ, ਉਹ ਚੈੱਕ ਨਹੀਂ ਹੁੰਦੀ ਗੀ। ਔਰ ਹੌਲੀ ਹੌਲੀ ਕੀ ਹੁੰਦਾ, ਉਹ ਇੱਕ ਸਾਈਕੀ ਵੀ ਕ੍ਰੀਏਟ ਹੋ ਜਾਂਦੀ ਹੈ। ਜਿਹੜੀ ਪੋਲੀਟੀਕਲ ਹਾਇਰਾਰਕੀ ਹੈ ਈਵਨ ਵਿਦਇਨ ਦਾ ਪਾਰਟੀ, ਉਹਨੂੰ ਇਸ ਕਦਰ ਵੀਕ ਕੀਤਾ ਜਾਂਦਾ ਆਲੇ ਦੁਆਲੇ, ਤਾਂ ਕਿ ਜਿਹੜਾ ਆਪਣਾ ਤੁਸੀਂ ਬੰਦਾ ਇੰਸਟਾਲ ਕਰਨਾ, ਤੁਹਾਡੀ ਫੈਮਿਲੀ ਦਾ ਮੈਂਬਰ ਆ, ਉਹਦੇ ਵਿੱਚ ਕੋਈ ਬਹੁਤਾ ਰੁਕਾਵਟ ਆਵੇ ਨਾ। ਸੋ ਲੀਡਰਸ਼ਿਪ ਕ੍ਰਾਈਸਿਸ ਇਸੇ ਕਰਕੇ ਬਣਦੇ ਨੇ ਜੀ। ਇਹਨੂੰ ਪੋਲੀਟੀਕਲ ਸਾਇੰਸ ਦੇ ਵਿੱਚ ਐਡਵਰਸ ਸਿਲੈਕਸ਼ਨ ਕਹਿੰਦੇ ਆ। ਵੀ ਤੁਸੀਂ ਆਉਣ ਪਾਰਟੀ ਦੇ ਵਿੱਚ ਜਿਹੜਾ ਚੰਗਾ ਬੰਦਾ, ਸਿਆਣਾ ਬੰਦਾ ਜਾਂ ਜਿਹੜਾ ਪਰਫਾਰਮ ਕਰ ਸਕਦਾ, ਉਹਨੂੰ ਐਂਟਰੀ ਨਾ ਹੋਣ ਦਿਓ, ਉਹਨੂੰ ਕੱਢ ਦਿਓ, ਪਹਿਲਾਂ ਹੀ ਕੱਢ ਦਿਓ, ਤਾਂ ਕਿ ਜਿਹੜਾ ਰਾਹ ਹੈ ਤੁਹਾਡੇ ਬੱਚਿਆਂ ਲਈ ਸਾਫ਼ ਰਹੇ ਜੀ। ਪਾਰਟੀ ਦੇ ਵਿੱਚ ਆਉਣ ਹੀ ਨਹੀਂ ਦਿੱਤਾ ਜਾਂਦਾ ਜਿਹੜਾ ਬੰਦਾ ਥੋੜ੍ਹਾ ਬਹੁਤਾ ਵੀ ਡਾਈਸੈਂਟ ਰੱਖਦਾ ਹੈ,
ਆਲਟਰਨੇਟਿਵ ਓਪੀਨੀਅਨ ਰੱਖਦਾ ਹੈਗਾ, ਉਸ ਨੂੰ ਬਿਲਕੁਲ ਨਹੀਂ ਆਉਣ ਦਿੱਤਾ ਜਾਂਦਾ। ਪੰਜਾਬ ਦੇ ਵਿੱਚ ਦੇਖੋ, ਜਦੋਂ ਟੈਰਰਿਜ਼ਮ ਸੀ ਜਾਂ ਗੜਬੜ ਸੀ, ਉਸ ਵੇਲੇ ਯੂਨੀਵਰਸਿਟੀ ਕਾਲਜਸ ਦੀਆਂ ਇਲੈਕਸ਼ਨਾਂ ਬੰਦ ਕੀਤੀਆਂ ਗਈਆਂ। ਰਾਈਟ। ਉਸ ਤੋਂ ਬਾਅਦ ਇਹ ਸ਼ੁਰੂ ਹੀ ਨਹੀਂ ਕੀਤੀਆਂ ਗਈਆਂ, ਕਿਉਂਕਿ ਬਿਲਕੁਲ ਜਿਹੜੀ ਸਲੇਟ ਹੈ ਸਾਫ਼ ਰੱਖਣੀ ਸੀਗੀ। ਜੇ ਕਾਲਜ ਯੂਨੀਵਰਸਿਟੀ ਦੀਆਂ ਇਲੈਕਸ਼ਨਾਂ ਹੋਣ, ਚੰਗੀ ਤਰ੍ਹਾਂ ਹੋਣ, ਕੁਝ ਮੁੱਦਿਆਂ 'ਤੇ ਹੋਣ, ਤਾਂ ਉੱਥੋਂ ਬੜੇ ਲੋਕ ਪਹਿਲਾਂ ਨਿਕਲੇ ਹੋਏ ਨੇ। ਪ੍ਰੇਮ ਸਿੰਘ ਚੰਦੂਮਾਜਰਾ ਵਰਗੇ ਲੋਕ ਆ ਜਿਹੜੇ ਸਾਰੇ, ਇਹ ਸਾਰੇ ਸਿਆਸਤ ਕਾਲਜਾਂ 'ਚੋਂ ਨਿਕਲੇ ਹੋਏ ਨੇ ਜੀ। ਉਹ ਬਿਲਕੁਲ ਹੀ ਬੰਦ ਕਰ ਦਿੱਤੀਆਂ ਤਾਂ ਕਿ ਉੱਥੋਂ ਕੁਝ ਨਿਕਲ ਹੀ ਨਾ ਸਕੇ। ਜਿਹੜਾ ਵੀ ਪ੍ਰੋਸੈਸ ਸੀਗਾ ਡੈਮੋਕ੍ਰੈਟਿਕ ਪ੍ਰੋਸੈਸ, ਉਹ ਖਤਮ ਕੀਤਾ ਜਾਂਦਾ ਹੈਗਾ ਪਹਿਲਾਂ, ਜਿਹਦੇ ਵਿੱਚ ਆਮ ਬੰਦਾ ਸਿਆਸਤ ਦੇ ਵਿੱਚ ਆ ਸਕਦਾ ਹੈ। ਪਹਿਲਾਂ ਸ਼ੁਰੂ ਤੋਂ ਲੈ ਕੇ ਪਿੰਡ ਲੈਵਲ ਤੋਂ ਲੈ ਕੇ ਜਾਂ ਬੇਸ ਲੈਵਲ ਤੋਂ ਲੈ ਕੇ ਹਰ ਚੀਜ਼ ਨੂੰ ਪੋਲੀਟੀਕਲਾਈਜ਼ ਕੀਤਾ ਜਾਂਦਾ ਹੈਗਾ। ਪੋਲੀਟੀਕਲਾਈਜ਼ ਕਰਕੇ ਆਪਣੇ ਬੰਦੇ ਉੱਥੇ ਐਸਟੈਬਲਿਸ਼ ਕੀਤੇ ਜਾਂਦੇ ਆ। ਉਸ ਤੋਂ ਬਾਅਦ ਕੀ ਹੈ, ਉਹ ਬੰਦਿਆਂ ਨੂੰ ਕੁਝ ਬੈਨੀਫਿਟ ਦੇ ਕੇ ਫਿਰ ਆਪਣਾ ਜਿਹੜਾ ਕੋਈ ਸਨ ਜਾਂ ਡਾਟਰ ਹੈ ਉਸ ਨੂੰ ਉੱਪਰ ਚੱਕਿਆ ਜਾਂਦਾ। ਉਹ ਈਕੋਸਿਸਟਮ ਇਹੋ ਜਿਹਾ ਬਣਾ ਲਿਆ ਆਪਣੇ ਆਲੇ ਦੁਆਲੇ। ਬਿਲਕੁਲ ਈਕੋਸਿਸਟਮ ਬਣਾ ਲੈਂਦੇ ਸਾਰਾ ਹੀ, ਉਹ ਟੋਟਲ ਸਿਸਟਮ ਹੀ ਇਹ ਬਣ ਜਾਂਦਾ ਹੈਗਾ। ਫਿਰ ਲੋਕ ਆਪਣੇ ਆਪ ਹੀ ਕਹਿਣ ਲੱਗ ਜਾਂਦੇ ਵੀ ਇਹੀ ਠੀਕ ਹੈ। ਕਿਹਾ ਜਾਂਦਾ ਹੈ ਉਹਨਾਂ ਨੂੰ ਬੈਨੀਫਿਟ ਦੇ ਕੇ, ਕੁਛ ਲਾਲਚ ਦੇ ਕੇ ਵੀ ਤੁਸੀਂ ਇਹ ਕਹੋ ਜੀ। ਡਾਕਟਰ ਸਾਹਿਬ, ਜੇ ਗੱਲ ਕਰੀਏ ਫਿਰ ਇਹਦਾ ਫਰਦਰ ਇਕਨੋਮਿਕ ਡਿਵੈਲਪਮੈਂਟ ਦੇ ਉੱਪਰ ਕੀ ਅਸਰ ਪੈਂਦਾ? ਦੇਖੋ, ਇਕਨੋਮਿਕ ਡਿਵੈਲਪਮੈਂਟ ਵਿਜੇ ਜਿਹੜਾ ਸਾਡੇ ਕੋਲ ਪੈਸਾ ਹੈ ਜਾਂ ਇਨਵੈਸਟਮੈਂਟ ਹੈ, ਕਿਸ ਤਰ੍ਹਾਂ ਕੀਤੀ ਜਾਂਦੀ ਹੈ। ਇੱਕ ਤਾਂ ਇਨਵੈਸਟਮੈਂਟ ਇਸ ਦੇ ਉੱਤੇ ਹੈ, ਦੂਸਰੀ ਪਬਲਿਕ ਪਾਲਿਸੀ ਉਸ ਇਨਵੈਸਟਮੈਂਟ ਨੂੰ ਕਿਵੇਂ ਫੈਸਿਲੀਟੇਟ ਕਰਦੀ ਹੈ, ਕਿਵੇਂ ਇਨਸੈਂਟਿਵ ਦਿੰਦੀ ਹੈ। ਤਾਂ ਇਹਦੇ ਵਿੱਚ ਕੀ ਹੁੰਦਾ, ਜਦੋਂ ਡਾਇਨੈਸਟਿਕ ਪੋਲਿਟਿਕਸ ਦਾ ਆ ਜਾਂਦਾ ਹੈਗਾ, ਜਦੋਂ ਸਾਡਾ ਏਮ ਇਹ ਬਣ ਜਾਂਦਾ ਵੀ ਅਸੀਂ ਆਪਣੇ ਬੱਚੇ ਨੂੰ ਜਾਂ ਆਪਣੀ ਬੇਟੀ ਨੂੰ ਪੋਲਿਟਿਕਸ ਦੇ ਵਿੱਚ ਲਿਆਉਣਾ ਹੈਗਾ, ਤਾਂ ਉਹਦੇ 'ਚ ਕੀ ਹੈ, ਜਿਹੜਾ ਇਕਨੋਮਿਕ ਡਿਵੈਲਪਮੈਂਟ ਦਾ ਜਿਹੜਾ ਪਰਪਸ ਹੈ ਉਹ ਡਿਫੀਟ ਹੋ ਜਾਂਦਾ ਹੈਗਾ। ਸਾਰੀਆਂ ਤੁਹਾਡੀਆਂ ਇਨਵੈਸਟਮੈਂਟਸ ਆ ਜਿਹੜੀਆਂ, ਪੈਸੇ ਦੀਆਂ ਵੀ ਅਤੇ ਪਾਲਿਸੀ ਦੀਆਂ ਵੀ, ਪਬਲਿਕ ਪਾਲਿਸੀ ਵੀ ਉਸੇ ਤਰ੍ਹਾਂ ਚੇਂਜ ਹੋ ਜਾਂਦੀ ਹੈ। ਉਹ ਉਸੇ ਚੀਜ਼ ਨੂੰ ਪਰਪੈਚੂਏਟ ਕਰਨ ਦੇ ਵਿੱਚ ਲੱਗ ਜਾਂਦੀ ਹੈ। ਜਦੋਂ ਸਾਡੀ ਇਨਵੈਸਟਮੈਂਟ ਨਾ ਹੋਈ, ਇਨਵੈਸਟਮੈਂਟ ਗਲਤ ਸਾਈਡ 'ਤੇ ਹੋਣ ਲੱਗ ਗਈ, ਇਨਵੈਸਟਮੈਂਟ ਉੱਥੇ ਨਾ ਹੋਈ ਜਿੱਥੋਂ ਸਾਨੂੰ ਫਾਇਦਾ ਜ਼ਿਆਦਾ ਹੁੰਦਾ ਹੈਗਾ। ਅਸੀਂ ਮਾਰਜਨਲ ਬੈਨੀਫਿਟ ਕਹਿੰਦੇ ਹਾਂ ਇਕਨੋਮਿਕਸ ਦੇ ਵਿੱਚ, ਵੀ ਅਸੀਂ 1 ਰੁਪਈਆ ਕਿੱਥੇ ਖਰਚੀਏ ਜਿੱਥੋਂ ਮੈਕਸੀਮਮ ਸੁਸਾਇਟੀ ਨੂੰ ਫਾਇਦਾ ਹੋਵੇ, ਵੈਲਫੇਅਰ ਹੋਵੇ ਸੁਸਾਇਟੀ ਦੀ। ਕਿਉਂਕਿ ਪੈਸਾ ਲੋਕਾਂ ਦੇ ਟੈਕਸ ਤੋਂ ਆਇਆ ਹੈਗਾ। ਉਹ ਪੈਸਾ ਇਸ ਬੇਸ ਦੇ ਉੱਤੇ ਇਨਵੈਸਟ ਨਹੀਂ ਹੁੰਦਾ ਵੀ ਜਿੱਥੋਂ ਮੈਕਸੀਮਮ ਵੈਲਫੇਅਰ ਹੋਣੀ ਹੈ ਸੁਸਾਇਟੀ ਦੀ, ਸਮਾਜ ਦੀ ਹੋਣੀ ਹੈ, ਲੋਕਾਂ ਦੀ ਹੋਣੀ ਹੈ। ਉਹ ਪੈਸਾ ਉਸ ਥਾਂ 'ਤੇ ਇਨਵੈਸਟ ਹੁੰਦਾ ਜਿੱਥੋਂ ਵੋਟਾਂ ਜ਼ਿਆਦਾ ਇਨਸ਼ੋਰ ਕੀਤੀਆਂ ਜਾਣੀਆਂ। ਇੱਕ ਤਾਂ ਇਹ। ਦੂਸਰਾ ਇਹ ਵੀ ਪਬਲਿਕ ਪਾਲਿਸੀ ਹੈ ਜਿਹੜੀ, ਉਹ ਬਿਲਕੁਲ, ਜਿਵੇਂ ਮੈਂ ਐਗਜ਼ਾਮਪਲ ਦੇਵਾਂ, ਇੱਕ ਐਜੂਕੇਸ਼ਨ ਪਾਲਿਸੀ ਹੈ। ਐਜੂਕੇਸ਼ਨ ਪਾਲਿਸੀ ਦੇ ਵਿੱਚ ਸਾਨੂੰ ਜਿਹੜੀ ਟੀਚਰਸ ਦੀ ਐਲੋਕੇਸ਼ਨ ਆ ਉਹ ਇਸ ਤਰ੍ਹਾਂ ਕਰਨੀ ਚਾਹੀਦੀ ਹੈ ਵੀ ਟੀਚਰ ਹੈ ਜਿੱਥੇ ਚਾਹੀਦਾ ਟੀਚਰ ਉਹ ਹੋਵੇ, ਉਹਦੇ ਕੋਲ ਸਾਰਾ ਸਮਾਨ ਹੋਵੇ, ਸਭ ਕੁਛ ਉਹ ਉੱਥੇ ਕਰੇ, ਅਤੇ ਐਜੂਕੇਸ਼ਨ ਦੇ ਆਵੇ ਅਤੇ ਮੋਨੀਟਰਿੰਗ ਹੋਵੇ, ਉਹਦੀ ਵੀ ਚੰਗੀ ਤਰ੍ਹਾਂ ਅਕਾਊਂਟੇਬਿਲਿਟੀ ਹੈ, ਉਹ ਪੜ੍ਹਾਵੇ। ਹੁਣ ਹੋਇਆ ਕੀ ਹੈਗਾ ਵੀ ਮਾਸਟਰਾਂ ਦੀਆਂ ਬਦਲੀਆਂ ਵੀ ਸਾਰੀਆਂ ਆਪਦੇ ਹੱਥ ਦੇ ਵਿੱਚ ਲੈ ਲਈਆਂ ਗਈਆਂ। ਉਹਦੇ ਨਾਲ ਸਾਰੀ ਐਡਮਿਨਿਸਟ੍ਰੇਸ਼ਨ ਹੈ ਜਿਹੜੀ ਇਨਫੈਕਟਿਵ ਹੋ ਗਈ ਹੈ ਟੋਟਲ। ਕਿਸੇ ਵੇਲੇ ਡਿਸਟ੍ਰਿਕਟ ਐਜੂਕੇਸ਼ਨ ਅਫਸਰ ਬਹੁਤ ਇਫੈਕਟਿਵ ਹੁੰਦਾ ਸੀਗਾ ਮੋਨੀਟਰ ਕਰਨ ਦੇ ਵਿੱਚ। ਉਹ ਸਾਰੀ ਜਿਹੜੀ ਚੇਨ ਆਫ ਕਮਾਂਡ ਆ ਉਹ ਖਤਮ ਹੋ ਕੇ ਇੱਕ ਚੇਨ ਆਫ ਕਮਾਂਡ ਪੋਲੀਟੀਕਲ ਹੱਥਾਂ ਦੇ ਵਿੱਚ ਆ ਗਈ ਹੈ। ਜਿਵੇਂ ਉਹਨਾਂ ਦੇ ਬੱਚੇ ਵੀ ਪੁਲਿਸ ਵਾਲਿਆਂ ਨੂੰ ਫੋਨ ਕਰਦੇ, ਐਂ ਨਹੀਂ ਕਰਨਾ, ਐਂ ਕਰਨਾ ਹੈਗਾ, ਜਿਨ੍ਹਾਂ ਕੋਲ ਪੋਲੀਟੀਕਲੀ ਲੈਜੀਟੀਮੇਸੀ ਕੋਈ ਵੀ ਨਹੀਂ ਗੀ। ਸੋ ਇਸ ਕਰਕੇ ਜਿੰਨੀਆਂ ਇਕਨੋਮਿਕ ਪਾਲਿਸੀਜ਼ ਨੇ ਉਹ ਸਾਰੀਆਂ ਪੋਲੀਟਿਕਸ ਦੇ ਅੰਡਰ ਆ ਜਾਂਦੀਆਂ ਨੇ। ਇਕਨੋਮਿਕ ਪਾਲਿਸੀ ਇੰਡੀਪੈਂਡੈਂਟ ਹੋਣੀ ਚਾਹੀਦੀ ਹੈਗੀ, ਪੋਲੀਟਿਕਸ ਤੋਂ ਬਾਹਰ ਹੋਣੀ ਚਾਹੀਦੀ ਹੈ। ਐਕਸਪਰਟਸ ਜੋ ਰਾਏ ਦਿੰਦੇ ਆ, ਉਹ ਐਕਸਪਰਟ ਕੀ ਕਰਦੇ, ਐਕਸਪਰਟ ਆਪਸ਼ਨਸ ਦਿੰਦੇ ਵੀ ਆਹ ਕਰ ਲਓ, ਆਹ ਕਰ ਲਓ। ਪੋਲੀਟੀਕਲ ਡਾਇਰੈਕਟੋਰੇਟ ਨੇ, ਪੋਲੀਟੀਕਲ ਪਾਰਟੀ ਨੇ ਜਾਂ ਰੂਲਿੰਗ ਪਾਰਟੀ ਨੇ ਫਿਗਰ ਆਊਟ ਕਰਨੀ ਹੁੰਦੀ ਹੈ ਵੀ ਕਿਹੜੀ ਅਸੀਂ ਯੂਜ਼ ਕਰਨੀ ਹੈ, ਆਪਣਾ ਖਿਆਲ ਰੱਖ ਕੇ। ਹੁਣ ਕੀ ਹੈ, ਐਕਸਪਰਟ ਤਾਂ ਬਾਹਰ ਹੋ ਚੁੱਕੇ ਆ ਅਤੇ ਜਿਹੜੀ ਪਾਲਿਸੀ ਬਣਦੀ ਹੈ ਉਹ ਬਿਲਕੁਲ ਉਹਨਾਂ ਲੋਕਾਂ ਦੁਆਰਾ ਬਣਾਈ ਜਾਂਦੀ ਹੈ ਜਿਨ੍ਹਾਂ ਨੂੰ ਪਾਲਿਸੀ ਦੀ ਜਾਣਕਾਰੀ ਵੀ ਨਹੀਂ ਹੁੰਦੀ ਗੀ। ਉਹਦੇ ਵਿੱਚ ਕੀ ਹੈ ਵੀ ਅਨਪੜ੍ਹ ਲੋਕ ਵੀ ਆ ਰਹੇ ਹੈਗੇ ਸਿਆਸਤ ਦੇ ਵਿੱਚ, ਘੱਟ ਪੜ੍ਹਿਆ ਚਾਹੇ ਉਹਨੂੰ ਕੋਈ ਫਰਕ ਨਹੀਂ ਪੈਂਦਾ, ਉਹ ਵੀ ਸਿਆਸਤ ਦੇ ਵਿੱਚ ਆ ਰਿਹਾ, ਉਹਨੇ ਕੰਮ ਕੀਤਾ ਕਿ ਨਹੀਂ ਕੀਤਾ। ਬਾਕੀ ਜਿਹੜੀ ਡਿਵੈਲਪਮੈਂਟ ਦਾ ਪ੍ਰੋਸੈਸ ਹੈ ਥੱਲੇ ਤੋਂ ਸ਼ੁਰੂ ਹੁੰਦਾ ਹੈਗਾ। ਤੁਸੀਂ ਛੋਟੀ ਪੋਜੀਸ਼ਨ 'ਤੇ ਤੁਹਾਨੂੰ ਇੰਸਟੀਟਿਊਸ਼ਨ ਦਾ ਪਤਾ ਲੱਗਦਾ ਹੈ, ਤੁਹਾਨੂੰ ਇਹ ਪਤਾ ਲੱਗਦਾ ਅਸੀਂ ਕੀ ਕਰਨਾ, ਸਾਡਾ ਰੋਲ ਕੀ ਹੈ, ਫਿਰ ਹੌਲੀ ਹੌਲੀ ਉੱਪਰ ਨੂੰ ਜਾਇਆ ਜਾਂਦਾ ਹੈਗਾ। ਉਹ ਜਿਹੜੇ ਇੰਸਟਾਲ ਕੀਤੇ ਜਾਂਦੇ ਜਿਹਨੂੰ ਪੈਰਾਸ਼ੂਟ ਦੇ ਰਾਹੀਂ ਕਹਿੰਦੇ ਨੇ, ਅਤੇ ਪੈਰਾਸ਼ੂਟ ਵਾਲੇ ਬੰਦੇ ਨੂੰ ਤਾਂ ਕੁਛ ਵੀ ਨਹੀਂ ਪਤਾ ਹੁੰਦਾ ਕਿ ਵੀ ਮੈਂ ਕੀ ਕਰਨਾ ਹੈਗਾ। ਪਰ ਕਿਉਂਕਿ ਉਹਦੇ ਆਲੇ ਦੁਆਲੇ ਸਾਰਾ ਉਸ ਤਰ੍ਹਾਂ ਦਾ ਇੱਕ ਇਕੱਠ ਕੀਤਾ ਜਾਂਦਾ ਹੈਗਾ ਜਿਹਦੇ ਰਾਹੀਂ ਉਹਨੂੰ ਉਭਾਰਿਆ ਜਾਂਦਾ ਹੈਗਾ, ਸਾਰੀ ਇਨਵੈਸਟਮੈਂਟ ਉਸੇ ਤਰ੍ਹਾਂ ਕੀਤੀ ਜਾਂਦੀ ਹੈ। ਹੁਣ ਪੰਜਾਬ ਦੇ ਵਿੱਚ ਦੇਖੀਏ, ਜਿਹੜਾ ਸੰਗਤ ਦਰਸ਼ਨ ਦਾ ਜਿਹੜਾ ਦੇਖਿਆ ਜਾਵੇ, ਜੇ ਪੈਸਾ ਜਿਵੇਂ ਦਿੱਤਾ ਜਾਂਦਾ ਸੀਗਾ, ਉਹਦੀ ਕੋਈ ਇਕਨੋਮਿਕ ਲੈਜੀਟੀਮੇਸੀ ਨਹੀਂ, ਇਕਨੋਮਿਕ ਉਹਦਾ ਹੈ ਹੀ ਨਹੀਂ ਵੀ ਕਿੱਥੇ ਦੇਣਾ, ਕਿਵੇਂ ਦੇਣਾ, ਕਿੱਥੇ ਜ਼ਿਆਦਾ ਬੈਨੀਫਿਟ ਨੇ। ਸਿੱਧਾ ਦਿੱਤਾ ਜਾਂਦਾ ਹੈ ਕਿਉਂਕਿ ਉੱਥੋਂ ਵੋਟਾਂ ਇਨਸ਼ੋਰ ਕੀਤੀਆਂ ਜਾਣੀਆਂ ਸੀ। ਸੋ ਇਹ ਇਕੱਲਾ ਉੱਥੇ ਨਹੀਂ ਹੋ ਰਿਹਾ, ਸਾਰੇ ਹੀ ਹੋ ਰਿਹਾ ਹੈਗਾ। ਸੋ ਇਸ ਕਰਕੇ ਜਿਹੜੀ ਇਕਨੋਮਿਕ ਪਾਲਿਸੀ ਹੈ ਬਿਲਕੁਲ ਡੀਰੇਲ ਹੋ ਜਾਂਦੀ ਹੈ ਉਹਦੇ ਨਾਲ, ਅਤੇ ਡੀਰੇਲ ਹੋਣ ਨਾਲ ਜਿਹੜੀ ਡਿਵੈਲਪਮੈਂਟ ਹੈ ਉਹ ਵੀ ਡੀਰੇਲ ਹੋ ਜਾਂਦੀ ਹੈ। ਅੱਛਾ, ਹੁਣ ਜੇ ਅੰਕੜਿਆਂ ਦੀ ਗੱਲ ਕਰੀਏ, ਇੱਕ ਨਾ ਇਹਦਾ ਇੱਕ ਸਟੈਟਿਸਟੀਕਲ ਨੰਬਰ ਵੀ ਆ ਵੀ ਜੇ ਕਹੋ ਵੀ ਡਾਕਟਰ ਦਾ ਬੱਚਾ ਅੱਗੇ ਡਾਕਟਰ ਬਣੇਗਾ ਜਾਂ ਫਿਰ ਐਕਟਰ ਦਾ ਬੱਚਾ ਅੱਗੇ ਐਕਟਰ ਬਣੇਗਾ, ਮੇਰੇ ਖਿਆਲ ਇਹਦਾ ਤਾਂ ਨੰਬਰ ਬਹੁਤ ਹੀ ਜ਼ਿਆਦਾ ਹਾਈ ਹੋਣਾ।
ਪੋਲਿਟਿਕਸ ਦੇ ਵਿੱਚ ਕੀ ਆਉਂਦਾ ਜੀ ਵੀ ਪੋਲੀਟੀਸ਼ੀਅਨ ਦਾ ਅੱਗੇ ਬੱਚਾ ਸਪੈਸ਼ਲੀ ਇੰਡੀਆ ਦੇ ਵਿੱਚ ਸਿਆਸਤਦਾਨ ਦੀ ਸੰਤਾਨ ਵੀ ਸਿਆਸਤ 'ਚ ਹੀ ਜਾਵੇ, ਉਹਦੇ ਨੰਬਰਸ ਕੀ ਕਹਿੰਦੇ ਨੇ ਵੀ ਕਿੰਨੇ ਆਸਾਰ ਨੇ, ਚਾਂਸਿਸ ਕੀ ਨੇ? ਆਮ ਤੌਰ ਤੇ ਕਿਹਾ ਜਾਂਦਾ ਹੈਗਾ ਵੀ ਜੇ ਡਾਕਟਰ ਦਾ ਬੱਚਾ ਡਾਕਟਰ ਬਣ ਸਕਦਾ, ਪ੍ਰੋਫੈਸਰ ਦਾ ਬੱਚਾ ਪ੍ਰੋਫੈਸਰ ਬਣ ਸਕਦਾ ਹੈ, ਪੋਲੀਟੀਸ਼ੀਅਨ ਦਾ ਬੱਚਾ ਪੋਲੀਟੀਸ਼ੀਅਨ ਕਿਉਂ ਨਹੀਂ ਬਣ ਸਕਦਾ? ਇਹਦੇ ਵਿੱਚ ਵਰਲਡ ਲੈਵਲ ਸਟੱਡੀ ਹੋਈ ਹੈ ਅਤੇ ਉਹਦੇ ਵਿੱਚ ਚਾਂਸਿਸ ਇਹ ਦਿੱਤੇ ਹੈ ਵੀ ਇੱਕ ਸਧਾਰਨ ਆਦਮੀ ਸਿਆਸਤ 'ਚ ਜਾਣਾ ਚਾਹੁੰਦਾ ਹੈ। ਠੀਕ ਹੈ ਜੀ। ਇੱਕ ਉਹਦੀ ਉਮਰ ਦਾ ਉਸੇ ਤਰ੍ਹਾਂ ਦਾ ਬੱਚਾ, ਇੱਕ ਜਿਹੜਾ ਪੋਲੀਟੀਸ਼ੀਅਨ ਦਾ ਬੇਟਾ ਜਾਂ ਬੇਟੀ ਹੈ ਜਾਂ ਉਹਦੇ ਵੰਸ਼ 'ਚੋਂ ਹੈ, ਵੀ ਉਹ ਜਾਣਾ ਚਾਹੁੰਦਾ, ਤਾਂ ਚਾਂਸਿਸ ਦਾ ਡਿਫਰੈਂਸ ਕਿੰਨਾ ਹੈ? ਤਾਂ ਉਹ ਸਟੱਡੀ ਦੱਸਦੀ ਹੈ ਵੀ 110 ਗੁਣਾ ਚਾਂਸ ਨੇ ਸਕਸੈਸ ਹੋਣ ਦੇ ਪੋਲੀਟੀਸ਼ੀਅਨ ਦੇ ਬੱਚੇ ਦੇ ਇੱਕ ਸਧਾਰਨ ਆਦਮੀ ਨਾਲੋਂ ਜੀ। ਸੋ 110 ਗੁਣਾ, ਮਤਲਬ ਤੁਸੀਂ ਦੇਖੋ ਵੀ ਕਿੰਨਾ ਵੱਡਾ ਇਹ ਅੰਤਰ ਹੈ। ਹਾਂ, ਜਿਹੜੇ odds ਨੇ ਫੇਵਰ ਦੇ ਵਿੱਚ ਕਿੰਨੇ ਜ਼ਿਆਦਾ ਨੇ। ਬਿਲਕੁਲ ਜੀ, ਇਹ ਜਿਹੜੀ ਸਟੱਡੀ ਇਹ ਦੱਸਦੀ ਹੈ। ਤੇ ਡਾਕਟਰ ਦਾ ਬੱਚਾ ਡਾਕਟਰ ਬਣਨ ਲਈ ਟਾਈਮਸ ਜਿਹੜੇ ਚਾਂਸ ਨੇ ਉਹ 53 ਗੁਣਾ ਜ਼ਿਆਦਾ ਨੇ। ਹਾਂ, ਪਰ ਉਹਨੂੰ ਪੜ੍ਹਨਾ ਵੀ ਪੈਣਾ ਨਾ, ਉਹਨੂੰ ਪੜ੍ਹਨਾ ਵੀ ਹੈ। ਤੇ ਬਾਕੀਆਂ ਦੇ ਵਿੱਚ ਤਾਂ 20 ਤੋਂ ਥੱਲੇ ਨੇ, 20 ਤੋਂ ਥੱਲੇ ਨੇ ਚਾਂਸਸ ਜੀ। ਸੋ ਬਹੁਤ ਵੱਡਾ ਚਾਂਸ ਜਿਹੜਾ ਪੋਲੀਟੀਸ਼ੀਅਨ ਦੇ ਬੱਚੇ ਦਾ ਜਾਂ ਉਹਦੀ ਸੰਤਾਨ ਦੇ ਵਿੱਚੋਂ ਜਾਂ ਉਹਦੇ ਅੱਗੇ ਵੰਸ਼ 'ਚੋਂ ਸਿਆਸਤ ਦੇ ਵਿੱਚ ਜਾਣ ਦਾ ਚਾਂਸ ਪੋਲੀਟੀਸ਼ੀਅਨ ਦੇ ਵਿੱਚ ਪੋਲੀਟਿਕਸ ਦੇ ਵਿੱਚ ਸਭ ਤੋਂ ਜ਼ਿਆਦਾ ਹੈ, ਕਿਉਂਕਿ ਪੋਲੀਟਿਕਸ ਕੋਲ ਸਾਰਾ ਕੁਝ ਕੰਟਰੋਲ ਹੁੰਦਾ ਹੈ ਜੀ। ਸੋ ਇਸ ਕਰਕੇ ਇਹ ਜਿਹੜਾ ਕਹਿਣਾ ਹੈ ਇਹ ਇੰਨਾ ਵਾਜਿਬ ਨਹੀਂ ਜੀ। ਡਾਕਟਰ ਸਾਹਿਬ, ਤੁਸੀਂ ਸਮਾਂ ਕੱਢਿਆ ਜੇ, ਸਾਰੀ ਬੜੀ ਇੰਪੋਰਟੈਂਟ, ਬੜੀ ਇੰਟਰਸਟਿੰਗ ਗੱਲਬਾਤ ਸੀ ਸਾਰੀ ਤੁਸੀਂ ਸਾਂਝੀ ਕੀਤੀ। ਥੈਂਕ ਯੂ ਵੈਰੀ ਮਚ। ਧੰਨਵਾਦ ਜੀ।